ਹਾਂਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਸੇਖੋਂ ਸਟੱਡੀ ਸੈਂਟਰ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਔਨਲਾਈਨ ਕਲਾਸਿਸ ਦੇ ਵਿੱਚ ਅੱਜ ਆਪਾਂ ਪ੍ਰੋਫੈਸਰ ਪੂਰਨ ਸਿੰਘ ਦੇ ਜੀਵਨ ਅਤੇ ਉਹਨਾਂ ਦੇ ਕਾਵਿ ਕਲਾ ਬਾਰੇ ਗੱਲਬਾਤ ਕਰਾਂਗੇ। ਉਹਨਾਂ ਦੀ ਪੰਜਾਬੀ ਸਾਹਿਤ ਨੂੰ ਕੀ ਦੇਣ ਹੈ, ਉਹਦੇ ਬਾਰੇ ਆਪਾਂ ਚਰਚਾ ਕਰਦੇ ਹਾਂ ਅੱਜ। ਪ੍ਰੋਫੈਸਰ ਪੂਰਨ ਸਿੰਘ ਇੱਕ ਅਲਬੇਲਾ ਅਤੇ ਆਜ਼ਾਦ ਕਿਸਮ ਦਾ ਵਿਅਕਤੀ ਸੀ। ਉਸ ਨੇ ਕਿਸੇ ਵੀ ਬੰਧਨ ਨੂੰ ਨਹੀਂ ਅਪਣਾਇਆ, ਜਿਸ ਕਰਕੇ ਉਸਨੇ ਸਾਰੇ ਬੰਧਨਾਂ ਤੋਂ ਮੁਕਤੀ ਪ੍ਰਾਪਤ ਕਰਦੇ ਹੋਏ ਆਧੁਨਿਕ ਪੰਜਾਬੀ ਕਵਿਤਾ ਨੂੰ ਨਵੀਆਂ ਲੀਹਾਂ ਦੇ ਉੱਤੇ ਤੋਰਿਆ ਸੀ। ਪ੍ਰੋਫੈਸਰ ਪੂਰਨ ਸਿੰਘ ਨੇ ਖੁੱਲ੍ਹੀ ਕਵਿਤਾ ਦੀ ਸ਼ੁਰੂਆਤ ਕੀਤੀ ਸੀ। ਪ੍ਰੋਫੈਸਰ ਪੂਰਨ ਸਿੰਘ ਨੂੰ ਆਪਾਂ ਖੁੱਲ੍ਹੀ ਕਵਿਤਾ ਦਾ ਪਿਤਾਮਾ ਵੀ ਕਹਿ ਸਕਦੇ ਹਾਂ। ਪ੍ਰੋਫੈਸਰ ਪੂਰਨ ਸਿੰਘ ਨੇ ਪੰਜਾਬੀ ਸਾਹਿਤ ਨੂੰ ਬਹੁਤ ਸਾਰੀਆਂ ਅਣਮੁੱਲੀਆਂ ਰਚਨਾਵਾਂ ਪੰਜਾਬੀ ਸਾਹਿਤ ਦੀ ਝੋਲੀ ਵਿੱਚ ਪਾਈਆਂ ਨੇ। ਅੱਜ ਆਪਾਂ ਉਹਨਾਂ ਦੇ ਜੀਵਨ ਅਤੇ ਉਹਨਾਂ ਦੇ ਸਾਹਿਤ ਸੇਵਾ ਬਾਰੇ ਜਿਹੜੀ ਚਰਚਾ ਉਹ ਕਰਦੇ ਹਾਂ। ਹਾਂਜੀ, ਸ਼ੁਰੂ ਕਰਦੇ ਹਾਂ। ਪ੍ਰੋਫੈਸਰ ਪੂਰਨ ਸਿੰਘ ਦਾ ਆਧੁਨਿਕ ਪੰਜਾਬੀ ਸਾਹਿਤ ਵਿੱਚ ਬਹੁਤ ਉੱਚਾ ਸਥਾਨ ਹੈ। ਆਪ ਨੇ ਆਧੁਨਿਕ ਪੰਜਾਬੀ ਕਵਿਤਾ ਨੂੰ ਨਵੀਨ ਲੀਹਾਂ 'ਤੇ ਚਲਾਇਆ ਅਤੇ ਆਧੁਨਿਕ ਪੰਜਾਬੀ ਵਾਰਤਕ ਨੂੰ ਨਵੀਆਂ ਸੇਧਾਂ ਦਿੱਤੀਆਂ। ਹਾਂਜੀ, ਪ੍ਰੋਫੈਸਰ ਪੂਰਨ ਸਿੰਘ ਨੇ ਕਹਿੰਦੇ ਆਧੁਨਿਕ ਜਿਹੜੀ ਨਵੀਨ ਕਵਿਤਾ ਹੈ ਉਹਨੂੰ ਨਵੀਨ ਲੀਹਾਂ ਦੇ ਉੱਤੇ ਚਲਾਇਆ ਸੀ, ਭਾਵ ਕਿ ਉਹਦੇ ਵਿੱਚ ਕਾਫੀ ਤਬਦੀਲੀ ਹੈ ਜਿਹੜੀ ਉਹ ਕੀਤੀ ਸੀ। ਆਧੁਨਿਕ ਪੰਜਾਬੀ ਕਵਿਤਾ ਨੂੰ ਆਪਾਂ ਕਹਿ ਸਕਦੇ ਹਾਂ ਵੀ ਖੁੱਲ੍ਹੀ ਕਵਿਤਾ ਦਾ ਰੂਪ ਹੈ ਜਿਹੜਾ ਉਹ ਦਿੱਤਾ ਸੀ। ਅਤੇ ਆਧੁਨਿਕ ਜਿਹੜਾ ਪੰਜਾਬੀ ਵਾਰਤਕ ਹੈ ਉਹਨੂੰ ਵੀ ਕਾਫੀ ਨਵੀਆਂ ਸੇਧਾਂ ਨੇ ਜਿਹੜੀਆਂ ਦਿੱਤੀਆਂ ਸੀਗੀਆਂ। ਉਹਦੇ ਵਿੱਚ ਵੀ ਕਾਫੀ ਫੇਰ ਬਦਲ ਹੈ ਜਿਹੜਾ ਉਹ ਹੋਇਆ ਸੀ ਉਹਨਾਂ ਦੀਆਂ ਰਚਨਾਵਾਂ ਦੇ ਨਾਲ। ਹਾਂਜੀ, ਆਪ ਦਾ ਜਨਮ ਫਰਵਰੀ 1881 ਈਸਵੀ ਵਿੱਚ ਐਬਟਾਬਾਦ ਦੇ ਲਾਗੇ ਪਿੰਡ ਸਲਹੱਡ ਵਿਖੇ ਇੱਕ ਅਮੀਰ ਘਰਾਣੇ ਵਿੱਚ ਹੋਇਆ। ਉਹਨਾਂ ਦਾ ਜਨਮ ਕਿੱਥੇ ਹੋਇਆ ਸੀ? ਐਬਟਾਬਾਦ ਦੇ ਲਾਗੇ ਪਿੰਡ ਸਲਹੱਡ ਵਿਖੇ ਇੱਕ ਅਮੀਰ ਘਰਾਣੇ ਦੇ ਵਿੱਚ ਫਰਵਰੀ 1881 ਈਸਵੀ ਨੂੰ ਹੋਇਆ ਸੀ। ਐਬਟਾਬਾਦ ਕਿੱਥੇ ਹੈ ਜੀ? ਸਲਹੱਡ ਪਿੰਡ ਅੱਜ ਕੱਲ੍ਹ ਪਾਕਿਸਤਾਨ ਦੇ ਵਿੱਚ ਹੈ। ਆਪ ਨੇ ਰਾਵਲਪਿੰਡੀ ਵਿੱਚ 10ਵੀਂ ਤੱਕ ਵਿੱਦਿਆ ਪ੍ਰਾਪਤ ਕੀਤੀ। ਫਿਰ ਆਪ ਜਾਪਾਨ ਜਾ ਕੇ ਕੈਮਿਸਟਰੀ ਪੜ੍ਹਨ ਲੱਗ ਪਏ। 10ਵੀਂ ਤੱਕ ਦੀ ਜਿਹੜੀ ਮੁੱਢਲੀ ਸਿੱਖਿਆ ਸੀ ਉਹ ਰਾਵਲਪਿੰਡੀ ਤੋਂ ਗ੍ਰਹਿਣ ਕੀਤੀ ਸੀ। ਉਸ ਤੋਂ ਬਾਅਦ ਉਹ ਕੈਮਿਸਟਰੀ ਦੀ ਪੜ੍ਹਾਈ ਕਰਨ ਦੇ ਲਈ ਜਾਪਾਨ ਚਲੇ ਗਏ ਸੀਗੇ। ਜਾਪਾਨ ਵਿੱਚ ਸਵਾਮੀ ਰਾਮ ਤੀਰਥ ਦੀ ਸੰਗਤ ਨਾਲ ਆਪ ਵਿਦਾਂਤੀ ਬਣ ਗਏ। ਕੇਸ ਕਟਵਾ ਦਿੱਤੇ। ਸਵਾਮੀ ਰਾਮ ਤੀਰਥ ਦੀ ਸੰਗਤ ਦੇ ਵਿੱਚ ਜਦੋਂ ਉਹ ਆਏ ਤਾਂ ਉਹਨਾਂ ਨੇ ਕੀ ਹੈ ਆਪਣੇ ਕੇਸ ਨੇ ਜਿਹੜੇ ਉਹ ਕਟਵਾ ਦਿੱਤੇ ਸੀਗੇ, ਵਿਦਾਂਤੀ ਜੀਵਨ ਬਿਤਾਉਣ ਲੱਗ ਪਏ ਸੀਗੇ। ਜਦੋਂ ਆਪ ਵਾਪਸ ਆਏ ਤਾਂ ਭਾਈ ਵੀਰ ਸਿੰਘ ਦੀ ਸੰਗਤ ਨੇ ਫਿਰ ਪਲਟਾ ਦਿੱਤਾ ਅਤੇ ਆਪ ਸਿੱਖ ਬਣ ਗਏ ਅਤੇ ਨਵੇਂ ਧਾਰਮਿਕ ਰੰਗ ਵਿੱਚ ਰੰਗੇ ਗਏ। ਜਦੋਂ ਉਹ ਜਾਪਾਨ ਤੋਂ ਵਾਪਸ ਆਏ ਤਾਂ ਵਾਪਸ ਆ ਕੇ ਇੱਕ ਵਾਰ ਫਿਰ ਭਾਈ ਵੀਰ ਸਿੰਘ ਦੀ ਸੰਗਤ ਦੇ ਵਿੱਚ ਆਉਣ ਕਰਕੇ ਉਹਨਾਂ ਦੇ ਮਨ ਨੇ ਇੱਕ ਵਾਰ ਫਿਰ ਪਲਟਾ ਖਾਧਾ ਅਤੇ ਉਹਨਾਂ ਨੇ ਜਿਹੜਾ ਸਿੱਖਾਂ ਵਾਲਾ ਜੀਵਨ ਹੈ ਉਹ ਫਿਰ ਤੋਂ ਬਿਤਾਉਣਾ ਸ਼ੁਰੂ ਕਰ ਦਿੱਤਾ। ਫਿਰ ਆਪ ਲਾਹੌਰ ਵਿੱਚ ਡਾਇਮੰਡ ਜੂਬਲੀ ਕਾਲਜ ਦੇ ਪ੍ਰਿੰਸੀਪਲ ਲੱਗ ਗਏ। ਫਿਰ ਇੱਥੋਂ ਹਟ ਕੇ ਦੇਹਰਾਦੂਨ ਫਾਰੈਸਟ ਇੰਸਟੀਚਿਊਟ ਵਿੱਚ ਕੈਮਿਸਟ ਦੇ ਤੌਰ 'ਤੇ ਖੋਜ ਦਾ ਕੰਮ ਕੀਤਾ। ਹਾਂਜੀ, ਡਾਇਮੰਡ ਜੂਬਲੀ ਕਾਲਜ ਲਾਹੌਰ ਦੇ ਵਿੱਚ ਉਹਨਾਂ ਨੇ ਪ੍ਰਿੰਸੀਪਲ ਦੇ ਵਜੋਂ ਕਾਰਜ ਜਿਹੜਾ ਉਹ ਕੀਤਾ ਸੀ, ਨੌਕਰੀ ਕੀਤੀ ਸੀ। ਇੱਥੋਂ ਹਟ ਕੇ ਉਹ ਦੇਹਰਾਦੂਨ ਚਲੇ ਗਏ ਸੀਗੇ। ਉੱਥੇ ਇੱਕ ਖੋਜ ਦੇ ਤੌਰ 'ਤੇ ਉਹਨਾਂ ਨੇ ਕੰਮ ਕੀਤਾ ਸੀ। 1931 ਈਸਵੀ ਵਿੱਚ ਆਪ ਅਕਾਲ ਚਲਾਣਾ ਕਰ ਗਏ। 1931 ਦੇ ਵਿੱਚ ਉਹਨਾਂ ਦਾ ਦੇਹਾਂਤ ਜਿਹੜਾ ਹੋ ਗਿਆ ਸੀ। ਪ੍ਰੋਫੈਸਰ ਪੂਰਨ ਸਿੰਘ ਇੱਕ ਅਲਬੇਲਾ ਅਤੇ ਆਜ਼ਾਦ ਵਿਅਕਤੀ ਸੀ। ਉਹ ਆਪਣੇ ਸਮੇਂ ਦੀਆਂ ਰਾਜਨੀਤਿਕ, ਸਮਾਜਿਕ, ਧਾਰਮਿਕ ਅਤੇ ਬੌਧਿਕ ਲਹਿਰਾਂ ਨਾਲ ਤੁਰਿਆ। ਭਾਵ ਕਿ ਪ੍ਰੋਫੈਸਰ ਪੂਰਨ ਸਿੰਘ ਖੁੱਲ੍ਹੇ ਸੁਭਾਅ ਦਾ, ਖੁੱਲ੍ਹੇ ਡੁੱਲੇ ਸੁਭਾਅ ਦਾ ਵਿਅਕਤੀ ਸੀ, ਅਲਬੇਲਾ ਕਵੀ ਸੀਗਾ। ਉਸ ਨੇ ਕਦੇ ਵੀ ਕਿਸੇ ਬੰਧਨ ਨੂੰ ਨਹੀਂ ਅਪਣਾਇਆ, ਜਿਸ ਕਰਕੇ ਉਹ ਆਪਣੇ ਸਮੇਂ ਦੀ ਜਿਹੜੀ ਰਾਜਨੀਤਿਕ ਹਾਲਤ ਸੀ ਉਹ 'ਤੇ ਵੀ ਵਿਅੰਗ ਕੱਸਦਾ ਰਹਿੰਦਾ ਸੀ। ਸਮਾਜਿਕ ਹਾਲਤ ਨੂੰ ਵੀ ਠੀਕ ਹੈ ਨਾ ਆਪਣਾ ਵਿਸ਼ਾ ਬਣਾ ਕੇ ਉਹ 'ਤੇ ਵੀ ਵਿਅੰਗ ਜਿਹੜਾ ਉਹ ਕੱਸਦਾ ਰਹਿੰਦਾ ਸੀ ਅਤੇ ਧਾਰਮਿਕ ਅਤੇ ਬੌਧਿਕ ਲਹਿਰਾਂ ਦੇ ਨਾਲ ਨਾਲ ਤੁਰਿਆ, ਭਾਵ ਕਿ ਉਹਨਾਂ ਦੇ ਵਿੱਚ ਹਿੱਸਾ ਲਿਆ। ਲਾਲਾ ਹਰਦਿਆਲ ਵਰਗੇ ਦੇਸ਼ ਭਗਤ ਉਸ ਦੇ ਦੋਸਤ ਸਨ ਅਤੇ ਦੇਹਰਾਦੂਨ ਵਿੱਚ ਉਸ ਦਾ ਘਰ ਦੇਸ਼ ਭਗਤਾਂ ਦੀ ਪਨਾਹਗਾਹ ਸੀ। ਕਹਿੰਦੇ ਲਾਲਾ ਹਰਦਿਆਲ ਵਰਗੇ ਮਹਾਨ ਵਿਅਕਤੀ ਉਹਨਾਂ ਦੇ ਦੋਸਤ ਸੀਗੇ।
ਤੇ ਦੇਹਰਾਦੂਨ ਦੇ ਵਿੱਚ ਜਿਹੜਾ ਉਹਨਾਂ ਦਾ ਘਰ ਸੀ ਉਹ ਦੇਸ਼ ਭਗਤਾਂ ਦੇ ਲਈ ਹਮੇਸ਼ਾ ਪਨਾਹਗਾਹ ਬਣਿਆ ਹੋਇਆ ਸੀ, ਭਾਵ ਕਿ ਉਹਨਾਂ ਨੂੰ ਸਹਾਰਾ ਦਿੰਦਾ ਸੀ। ਜਦੋਂ ਵੀ ਕੋਈ ਦੇਸ਼ ਭਗਤ ਉੱਥੇ ਪਹੁੰਚਦਾ ਤਾਂ ਉਹ ਉਹਨਾਂ ਨੂੰ ਰਹਿਣ ਦੇ ਲਈ ਜਗ੍ਹਾ ਪ੍ਰਦਾਨ ਕਰਦਾ ਸੀ। ਹਾਂਜੀ, ਕਵੀ ਦੇ ਰੂਪ ਦੇ ਵਿੱਚ ਪ੍ਰੋਫੈਸਰ ਪੂਰਨ ਸਿੰਘ ਮਹਾਨ ਕਵੀ ਤੇ ਰਹੱਸਵਾਦੀ ਚਿੰਤਕ ਸੀ। ਉਸ ਨੇ ਆਧੁਨਿਕ ਪੰਜਾਬੀ ਕਵਿਤਾ ਨੂੰ ਇੱਕਦਮ ਰਵਾਇਤੀ ਛੰਦਾਬੰਦੀ ਦੇ ਬੰਧਨਾਂ ਤੋਂ ਮੁਕਤ ਕਰ ਦਿੱਤਾ। ਜਿਵੇਂ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ ਕਿ ਪ੍ਰੋਫੈਸਰ ਪੂਰਨ ਸਿੰਘ ਨੇ ਖੁੱਲ੍ਹੀ ਕਵਿਤਾ ਲਿਖਣ ਦੀ ਜਿਹੜੀ ਸ਼ੁਰੂਆਤ ਉਹ ਕੀਤੀ ਸੀ। ਰਵਾਇਤੀ ਛੰਦਾਬੰਦੀ ਸੀ ਜਿਹੜੀ ਉਹਦੇ ਬੰਧਨਾਂ ਤੋਂ ਮੁਕਤ ਕਰਕੇ ਕਵਿਤਾ ਨੂੰ ਖੁੱਲ੍ਹੀ ਕਵਿਤਾ ਦਾ ਰੂਪ ਹੈ ਜਿਹੜਾ ਉਹ ਪ੍ਰਦਾਨ ਕੀਤਾ ਸੀ। ਉਸ ਦੀ ਕਵਿਤਾ ਉਸ ਦੇ ਸੂਖਮ ਆਪੇ ਤੇ ਵਿਸ਼ਾਲ ਅਨੁਭਵ ਦਾ ਸੁਝਾਵਾਤਮਕ ਪ੍ਰਗਟਾਓ ਹੈ। ਉਹ ਰੋਮਾਂਟਿਕ, ਨਵੀਨ ਅਤੇ ਆਦਰਸ਼ਵਾਦੀ ਹੈ। ਉਸ ਦਾ ਪੰਜਾਬ ਪ੍ਰੇਮ, ਪੁਰਾਣੇ ਪੰਜਾਬ ਦੇ ਉਸ ਦੇ ਆਦਰਸ਼ ਪ੍ਰੇਮੀਆਂ ਪੂਰਨ ਸੁੰਦਰਾਂ, ਹੀਰ ਰਾਂਝਾ, ਸੱਸੀ ਪੁੰਨੂ ਤੇ ਸੋਹਣੀ ਮਹੀਵਾਲ ਨੂੰ ਵੀ ਆਵਾਜ਼ਾਂ ਮਾਰਦਾ ਹੈ ਤੇ ਉਸ ਦੇ ਵਿਆਪਕ ਤੇ ਨਵੀਨ ਸੂਝ ਨੂੰ ਵੀ ਚਿੱਤਰਦਾ ਹੈ। ਭਾਵ ਕਿ ਪੁਰਾਣੇ ਪੰਜਾਬ ਨੂੰ ਆਵਾਜ਼ਾਂ ਜਿਹੜੀ ਉਹਦੀ ਕਵਿਤਾ ਹੈ ਉਹ ਬਹੁਤ ਹੀ ਜ਼ਿਆਦਾ ਮਕਬੂਲ ਹੋਈ ਹੈ, ਬਹੁਤ ਹੀ ਜ਼ਿਆਦਾ ਪ੍ਰਸਿੱਧ ਪੰਜਾਬੀ ਸਾਹਿਤ ਦੇ ਵਿੱਚ ਬਹੁਤ ਜ਼ਿਆਦਾ ਪ੍ਰਸਿੱਧੀ ਉਸ ਕਵਿਤਾ ਨੂੰ ਪ੍ਰਾਪਤ ਹੋਈ ਹੈ। ਉਸ ਦੇ ਵਿੱਚ ਪੁਰਾਣੇ ਪੰਜਾਬ ਦਾ ਜਿਹੜਾ ਭਾਈਚਾਰਾ ਸੀ ਉਸ ਦੀ ਗੱਲਬਾਤ ਕੀਤੀ ਗਈ ਹੈ। ਪੁਰਾਣੇ ਪੰਜਾਬ ਦੇ ਵਿੱਚ ਜੋ ਮੌਜ ਵਹਾਰਾਂ ਸੀਗੀਆਂ ਉਸ ਨੂੰ ਯਾਦ ਕਰਦਾ ਹੋਇਆ, ਉਸ ਨੂੰ ਆਵਾਜ਼ਾਂ ਮਾਰਦਾ ਹੋਇਆ ਪ੍ਰੋਫੈਸਰ ਪੂਰਨ ਸਿੰਘ ਆਪਣੇ ਦਿਲ ਦੇ ਜਿਹੜੇ ਵਲਵਲੇ ਨੇ, ਆਪਣੇ ਮਨ ਦੇ ਜਿਹੜੇ ਭਾਵ ਨੇ ਉਹਨਾਂ ਨੂੰ ਬਿਆਨ ਕਰਦਾ ਹੈ। ਹਾਂਜੀ, ਅੱਗੇ ਹੈਗੇ ਖੁੱਲ੍ਹ ਪ੍ਰੇਮ, ਉਦਾਰਤਾ ਅਤੇ ਆਤਮਕ ਉਡਾਰੀ ਉਸ ਦੀ ਕਾਵਿ ਰਚਨਾ ਦੇ ਵਿਸ਼ੇਸ਼ ਗੁਣ ਹਨ। ਉਹ ਕਵਿਤਾ ਦੀ ਰਚਨਾ ਦੈਵੀ ਆਵੇਸ਼ ਵਿੱਚ ਕਰਦਾ ਹੈ। ਉਹ ਕੁਦਰਤ ਦਾ ਅਨੁਭਵੀ ਚਿਤੇਰਾ ਹੈ, ਭਾਵ ਕਿ ਕੁਦਰਤ ਨੂੰ ਵਿਸ਼ੇ ਦੇ ਰੂਪ ਦੇ ਵਿੱਚ ਉਸਨੇ ਬਹੁਤ ਵਾਰ ਚੁਣਿਆ ਤੇ ਇਸ ਨੂੰ ਵਿਸ਼ੇ ਦੇ ਰੂਪ ਦੇ ਵਿੱਚ ਚੁਣ ਕੇ ਆਪਣੇ ਜਿਹੜੇ ਮਨ ਦੇ ਭਾਵ ਨੇ, ਕੁਦਰਤ ਦੇ ਪ੍ਰਤੀ ਪ੍ਰੇਮ ਪਿਆਰ ਹੈ, ਉਸ ਨੂੰ ਬਿਆਨ ਕੀਤਾ। ਉਹ ਮਨੁੱਖੀ ਹਾਵਾਂ ਭਾਵਾਂ ਨੂੰ ਬੜੀ ਬਰੀਕੀ ਨਾਲ ਬਿਆਨ ਕਰਦਾ ਹੈ। ਕਿਰਤੀ ਕਿਸਾਨ, ਸਧਾਰਨ ਸ਼ਹਿਰੀ, ਤੀਵੀਆਂ ਮਰਦ, ਆਪਣੇ ਪੇਂਡੂ ਅਧਨੰਗੇ ਹੁਸਨ ਵਿੱਚ ਉਸ ਨੂੰ ਪਿਆਰੇ ਲੱਗਦੇ ਹਨ, ਭਾਵ ਕਿ ਸਾਦੇ ਜਿਹੇ ਜੀਵਨ ਨੂੰ ਉਹ ਜ਼ਿਆਦਾ ਪਸੰਦ ਕਰਦਾ ਸੀ। ਹਾਂਜੀ, ਪਸ਼ੂ ਪੰਛੀਆਂ ਨਾਲ ਉਸ ਦਾ ਭਾਵਿਕ ਮੋਹ ਹੈ। ਪੂਰਨ ਨਾਥ ਜੋਗੀ ਦੀ ਬਿਰਤਾਂਤੀ ਕਵਿਤਾ ਉਸ ਦਾ ਅਮਰ ਸਾਕਾਰ ਹੈ। ਖੁੱਲ੍ਹੇ ਘੁੰਡ ਵਿੱਚ ਦਾਰਸ਼ਨਿਕ ਰੰਗ ਪ੍ਰਧਾਨ ਹੈ। ਖੁੱਲ੍ਹੇ ਘੁੰਡ ਉਹਨਾਂ ਦਾ ਇੱਕ ਕਾਵਿ ਸੰਗ੍ਰਹਿ ਹੈ। ਉਹ ਇੱਕ ਅਲਬੇਲਾ ਤੇ ਬੇਗਵਾਨ ਹੀ ਨਹੀਂ ਸਗੋਂ ਇੱਕ ਪ੍ਰਮੁੱਖ ਚਿੰਤਕ ਹੈ। ਉਸ ਦੇ ਰਹੱਸਵਾਦੀ ਅਨੁਭਵ ਉੱਪਰ ਅਧਿਆਤਮਿਕ ਦਰਸ਼ਨ ਤੇ ਵਿਸ਼ਵ ਵਿਆਪੀ ਸਾਹਿਤ ਕਲਾ ਚਿੰਤਨ ਛਾਏ ਹੋਏ ਹਨ। ਖੁੱਲ੍ਹੇ ਅਸਮਾਨੀ ਰੰਗ ਵਿੱਚ ਉਸ ਨੇ ਸੁੰਦਰਤਾ ਦਾ ਵਿਸ਼ਮਾਦਮਈ ਚਿਤਰਨ ਕੀਤਾ ਹੈ। ਇੱਥੇ ਉਸ ਦੀ ਕਲਾ ਆਪਣੇ ਸਿਖਰਾਂ 'ਤੇ ਪੁੱਜੀ ਦਿਸਦੀ ਹੈ। ਕਈ ਕਵਿਤਾਵਾਂ ਵਿੱਚ ਵੇਦਾਂਤਿਕ ਰੰਗ ਵੀ ਪ੍ਰਬਲ ਹੈ। ਉਸ ਦੀ ਕਵਿਤਾ ਆਪਣੇ ਖੁੱਲ੍ਹੇ ਬਹਾਉ ਤੇ ਸੈਲਾਨੀ ਛੰਦ ਦੀ ਬੇਪਰਵਾਹੀ ਵਿੱਚ ਕਲਾ ਦੇ ਉਚੇਚੇ ਗਗਨਾਂ ਦੀ ਯਾਤਰਾ ਕਰਾਉਂਦੀ ਹੈ। ਦੈਵੀ ਆਵੇਸ਼ ਤੇ ਸਹਿਜ ਪ੍ਰਗਟਾਓ ਉਸ ਦੇ ਪ੍ਰਮੁੱਖ ਗੁਣ ਹਨ। ਇਹ ਉਸ ਦੀ ਕਵਿਤਾ ਪੂਰਨ ਖੁੱਲ੍ਹੇ ਤੇ ਅਨੁਭਵ ਦੀ ਦੇਣ ਹੈ। ਉਸ ਨੇ ਕਵਿਤਾ ਦੇ ਵਿਸ਼ੇ ਦੇ ਰੂਪ ਵਿੱਚ ਦੋਹਾਂ ਵੱਲੋਂ ਹੀ ਸੁਤੰਤਰ ਉਡਾਰੀਆਂ ਲਾਈਆਂ ਹਨ, ਭਾਵ ਕਿ ਉਹਨੇ ਵਿਸ਼ੇ ਦੇ ਪੱਖੋਂ ਤੇ ਛੰਦਾਬੰਦੀ ਦੇ ਪੱਖੋਂ, ਠੀਕ ਹੈ ਜੀ, ਪੂਰੀ ਖੁੱਲ੍ਹ ਜਿਹੜੀ ਉਹ ਮਾਣੀ ਹੈ। ਕਿਸੇ ਵੀ ਬੰਧਨ ਦੇ ਵਿੱਚ ਰਹਿ ਕੇ ਉਸ ਨੇ ਕਦੇ ਕੋਈ ਰਚਨਾ ਜਿਹੜੀ ਉਹ ਨਹੀਂ ਲਿਖੀ। ਹਾਂਜੀ, ਇਹਨਾਂ ਦੀਆਂ ਰਚਨਾਵਾਂ ਦੇ ਵਿੱਚ ਆਮ ਤੌਰ 'ਤੇ ਖੁੱਲ੍ਹੇ ਸ਼ਬਦ ਹੈ ਜਿਹੜਾ ਉਹ ਲੱਗਿਆ ਹੁੰਦਾ, ਕਿਉਂਕਿ ਇਹ ਖੁੱਲ੍ਹ ਨੂੰ ਜ਼ਿਆਦਾ ਮਾਣਦੇ ਸੀਗੇ। ਜਿਸ ਤਰ੍ਹਾਂ ਕਿ ਖੁੱਲ੍ਹੇ ਘੁੰਡ, ਖੁੱਲ੍ਹੇ ਮੈਦਾਨ ਅਤੇ ਖੁੱਲ੍ਹੇ ਅਸਮਾਨੀ ਰੰਗ, ਤਿੰਨੇ ਹੀ ਰਚਨਾਵਾਂ ਦੇ ਵਿੱਚ ਇਹਨਾਂ ਨੇ ਖੁੱਲ੍ਹੇ ਸ਼ਬਦ ਦੀ ਜਿਹੜੀ ਵਰਤੋਂ ਉਹ ਕੀਤੀ ਹੈ। ਹਾਂਜੀ, ਅੱਗੇ ਹੈਗੇ ਆ ਜੋ ਸਾਰੀ ਹੀ ਸੈਲਾਨੀ ਛੰਦ ਵਿੱਚ ਲਿਖੀ ਗਈ ਹੈ।
ਉਸ ਦੇ ਵਿਚਾਰ ਵਿੱਚ ਛੰਦਾਬੰਦੀ ਉਸ ਦੇ ਭਾਵਾਂ ਦੇ ਸੁਤੰਤਰ ਪ੍ਰਭਾਵ ਵਿੱਚ ਰੋਕ ਪਾਉਂਦੀ ਹੈ। ਪ੍ਰੋਫੈਸਰ ਪੂਰਨ ਸਿੰਘ ਕੀ ਕਹਿੰਦਾ, ਕਹਿੰਦਾ ਜਿਹੜੀ ਛੰਦਾਬੰਦੀ ਹੈ ਉਹ ਜਿਹੜੇ ਆਪਣੇ ਸੁਤੰਤਰ ਭਾਵ ਹੁੰਦੇ ਨੇ ਉਹਨਾਂ ਨੂੰ ਪੂਰੀ ਤਰ੍ਹਾਂ ਬਿਆਨ ਕਰਨ ਦੇ ਵਿੱਚ ਇੱਕ ਤਰ੍ਹਾਂ ਦਾ ਰਾਹ ਦੇ ਵਿੱਚ ਰੋੜਾ ਹੈ ਜਾਂ ਇੱਕ ਤਰ੍ਹਾਂ ਦੀ ਰੁਕਾਵਟ ਹੈ। ਕਹਿੰਦੇ ਛੰਦਾਬੰਦੀ ਦੇ ਨਾਲ ਅਸੀਂ ਆਪਣੇ ਭਾਵਾਂ ਨੂੰ ਪੂਰੀ ਤਰ੍ਹਾਂ ਬਿਆਨ ਨਹੀਂ ਕਰ ਸਕਦੇ, ਕਿਤੇ ਨਾ ਕਿਤੇ ਥੋੜ੍ਹੀ ਮੋਟੀ ਰੁਕਾਵਟ ਹੈ ਜਿਹੜੀ ਉਹਨਾਂ ਨੂੰ ਮਹਿਸੂਸ ਹੁੰਦੀ ਸੀ। ਇਸ ਕਰਕੇ ਉਹਨਾਂ ਨੇ ਖੁੱਲ੍ਹੀ ਕਵਿਤਾ ਦੀ ਸ਼ੁਰੂਆਤ ਹੈ ਜਿਹੜੀ ਉਹ ਕੀਤੀ ਸੀ ਅਤੇ ਇਸ ਨਾਲ ਕਲਾ ਵਿੱਚ ਇੱਕ ਤਰ੍ਹਾਂ ਦਾ ਬਣਾਵਟੀ ਅੰਸ਼ ਆ ਜਾਂਦਾ ਹੈ। ਅਜਿਹੀ ਕਾਵਿ ਰਚਨਾ ਦਾ ਕਈ ਵਾਰ ਵਾਰਤਕ ਨਾਲੋਂ ਨਿਖੇੜਾ ਕਰਨਾ ਔਖਾ ਹੋ ਜਾਂਦਾ ਹੈ ਅਤੇ ਫਿਰ ਜਿਸ ਦੀ ਵਾਰਤਕ ਕਾਵਿਮਈ ਗੁਣਾਂ ਨਾਲ ਭਰਪੂਰ ਪਈ ਹੋਵੇ ਉੱਥੇ ਤਾਂ ਇਹ ਅੰਤਰ ਕਰਨਾ ਹੋਰ ਵੀ ਮੁਸ਼ਕਲ ਹੋ ਜਾਂਦਾ ਹੈ। ਇਸੇ ਕਰਕੇ ਕਿਹਾ ਜਾਂਦਾ ਹੈ ਕਿ ਪ੍ਰੋਫੈਸਰ ਪੂਰਨ ਸਿੰਘ ਦੀ ਕਵਿਤਾ ਵਾਰਤਕ ਵਰਗੀ ਹੈ ਅਤੇ ਵਾਰਤਕ ਕਵਿਤਾ ਵਰਗੀ। ਇਸੇ ਕਰਕੇ ਕਹਿੰਦੇ ਆਪਾਂ ਕਹਿ ਸਕਦੇ ਹਾਂ ਵੀ ਪ੍ਰੋਫੈਸਰ ਪੂਰਨ ਸਿੰਘ ਦੀ ਜਿਹੜੀ ਵਾਰਤਕ ਹੈ ਉਹ ਕਵਿਤਾ ਵਰਗੀ ਨਜ਼ਰ ਆਉਂਦੀ ਹੈ ਅਤੇ ਕਵਿਤਾ ਵਾਰਤਕ ਵਰਗੀ, ਭਾਵ ਕਿ ਦੋਹੇ ਮਿਲਦੀਆਂ ਜੁਲਦੀਆਂ ਨੇ ਇੱਕ ਦੂਸਰੇ ਦੇ ਨਾਲ। ਹਾਂਜੀ, ਨੈਕਸਟ ਹੈਗਾ ਪ੍ਰੋਫੈਸਰ ਪੂਰਨ ਸਿੰਘ ਤੋਂ ਬਾਅਦ ਬਹੁਤ ਸਾਰੇ ਕਵੀਆਂ ਨੇ ਇਹੋ ਜਿਹੀ ਖੁੱਲ੍ਹੀ ਕਵਿਤਾ ਲਿਖਣ ਦਾ ਯਤਨ ਕੀਤਾ, ਪਰ ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਅਤੇ ਗੁਰਬਖਸ਼ ਸਿੰਘ ਤੋਂ ਬਿਨਾਂ ਬਾਕੀਆਂ ਨੂੰ ਸਫਲਤਾ ਨਹੀਂ ਮਿਲੀ। ਭਾਵ ਕਿ ਉਹਨਾਂ ਤੋਂ ਬਾਅਦ ਖੁੱਲ੍ਹੀ ਕਵਿਤਾ ਲਿਖਣ ਦੇ ਉੱਤੇ ਹੱਥ ਅਜਮਾਇਆ ਸੀ ਕਿਸ ਨੇ, ਬਹੁਤ ਸਾਰੇ ਕਵੀਆਂ ਨੇ। ਉਹਨਾਂ ਦੇ ਵਿੱਚੋਂ ਜਿਹੜੀ ਸਫਲਤਾ ਆਪਾਂ ਕਹਿ ਸਕਦੇ ਹਾਂ ਪ੍ਰਾਪਤ ਹੋਈ ਹੈ ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਅਤੇ ਗੁਰਬਖਸ਼ ਸਿੰਘ ਨੂੰ ਹੋਈ ਸੀ, ਗੁਰਬਖਸ਼ ਸਿੰਘ ਪ੍ਰੀਤਲੜੀ। ਹਾਂਜੀ, ਅੱਗੇ ਹੈਗੇ ਪ੍ਰੋਫੈਸਰ ਪੂਰਨ ਸਿੰਘ ਦੀ ਕਵਿਤਾ ਦਾ ਸਭ ਤੋਂ ਪ੍ਰਤੀਨਿਧੀ ਪੱਖ ਉਸ ਦੀ ਕੌਮੀਅਤ ਅਤੇ ਪੰਜਾਬੀਅਤ ਹੈ। ਇੱਥੋਂ ਦਾ ਜੀਵਨ, ਦਰਿਆ, ਵੇਲੇ, ਖੂਹ, ਤਰਿੰਜਣ, ਸ਼ਹਿਰ, ਗਿਰਾਂ, ਅਹੀਰਨਾ, ਘੁਮਿਆਰਨਾ, ਹਲ ਵਾਹੁੰਦੇ ਜੱਟ ਅਤੇ ਕੰਮੀ ਰੁੱਝੇ ਕਾਮੇ ਸਭ ਉਸ ਨੂੰ ਧੂ ਪਾਉਂਦੇ ਹਨ। ਭਾਵ ਕਿ ਉਸਨੇ ਜ਼ਿਆਦਾਤਰ ਪੇਂਡੂ ਜੀਵਨ ਦੇ ਵਿੱਚੋਂ ਆਪਣੀਆਂ ਰਚਨਾਵਾਂ ਦੇ ਵਿਸ਼ੇ ਨੇ ਜਿਹੜੇ ਚੁਣੇ ਸੀਗੇ, ਸਧਾਰਨ ਜੀਵਨ ਦੇ ਨਾਲ ਵਿਸ਼ੇ ਨੇ ਜਿਹੜੇ ਉਹ ਸੰਬੰਧਿਤ ਨੇ। ਇੱਥੋਂ ਦੇ ਹੀਰ ਰਾਂਝੇ, ਸੋਹਣੀ ਮਹੀਵਾਲ ਅਤੇ ਪੂਰਨ ਵਰਗੇ ਪ੍ਰੇਮੀ ਅਤੇ ਭਗਤ ਉਸ ਨੂੰ ਇੱਥੋਂ ਦੇ ਲੋਕਾਂ ਦਾ ਆਦਰਸ਼ ਰੂਪ ਪ੍ਰਤੀਤ ਹੁੰਦੇ ਹਨ ਅਤੇ ਇਹਨਾਂ ਤੋਂ ਹੀ ਬਿਨਾਂ ਸਾਰੇ ਪੰਜਾਬੀ ਜੀਵਨ ਨੂੰ ਸਖਣਾ ਸਮਝਦਾ ਹੋਇਆ ਲਿਖਦਾ ਹੈ। ਆ ਵੀਰਾ ਰਾਂਝਿਆ, ਆ ਭੈਣੇ ਹੀਰੇ, ਸਾਨੂੰ ਛੋੜ ਨਾ ਜਾਵੋ, ਬਿਨਾਂ ਤੁਸੀਂ ਅਸੀਂ ਸਖਣੇ। ਪੰਜਾਬੀ ਜੀਵਨ ਦੇ ਆਚਰਣ ਅਤੇ ਸੁਭਾਅ ਦਾ ਚਿਤਰਨ ਉਸਨੇ ਜਵਾਨ ਪੰਜਾਬ ਦੇ ਨਾਂ ਦੀ ਕਵਿਤਾ ਵਿੱਚ ਕੀਤਾ ਹੈ। ਪੰਜਾਬ ਦੇ ਦਰਿਆ ਉਸ ਨੂੰ ਸੁਪਨਿਆਂ ਵਿੱਚ ਖਾੜ ਖਾੜ ਚੱਲਦੇ ਅਤੇ ਜਪਜੀ ਸਾਹਿਬ ਗਾਉਂਦੇ ਪ੍ਰਤੀਤ ਹੁੰਦੇ ਹਨ। ਇਸ ਤਰ੍ਹਾਂ ਦੇ ਪ੍ਰਗਟਾਓ ਨਾਲ ਉਹ ਇੱਕ ਕੌਮੀ ਕਵੀ ਬਣ ਗਿਆ ਹੈ। ਜਵਾਨ ਪੰਜਾਬ ਦੀ ਕਵਿਤਾ ਦੇ ਵਿੱਚ ਉਸਨੇ ਪੰਜਾਬ ਦੇ ਨੌਜਵਾਨਾਂ ਦੀ ਸਿਫਤ ਹੈ, ਜਿਹੜੀ ਅਣਖ ਹੈ, ਠੀਕ ਹੈ, ਉਹਦੇ ਬਾਰੇ ਗੱਲਬਾਤ ਕੀਤੀ ਹੈ ਕਿ ਪੰਜਾਬ ਦੇ ਨੌਜਵਾਨ ਨੇ ਜਿਹੜੇ ਉਹ ਅੜੀ ਦੇ ਨਾਲ ਕਿਸੇ ਦਾ ਕੋਈ ਕੰਮ ਹੈ ਜਿਹੜਾ ਉਹ ਨਹੀਂ ਕਰਦੇ, ਕਿਸੇ ਦੀ ਤੈਅ ਨਹੀਂ ਮੰਨਦੇ, ਪਰ ਪਿਆਰ ਦੇ ਨਾਲ ਚਾਹੇ ਉਹਨਾਂ ਦੀ ਆਪਾਂ ਜਾਨ ਮੰਗ ਲਓ ਤਾਂ ਉਹ ਜਾਨ ਵੀ ਕੁਰਬਾਨ ਕਰਨ ਦੇ ਲਈ ਤਿਆਰ ਹੋ ਜਾਂਦੇ ਨੇ। ਹਾਂਜੀ, ਅੱਗੇ ਹੈਗੇ ਪ੍ਰੋਫੈਸਰ ਪੂਰਨ ਸਿੰਘ ਦੀ ਕਵਿਤਾ ਨਾਲ ਪਹਿਲੀ ਵਾਰੀ ਆਧੁਨਿਕ ਪੰਜਾਬੀ ਸਾਹਿਤ ਵਿੱਚ ਰੋਮਾਂਸ ਇੰਨੇ ਗੂੜੇ ਰੰਗ ਵਿੱਚ ਨਿਖਰਿਆ ਹੈ। ਭਾਈ ਵੀਰ ਸਿੰਘ ਦਾ ਰੋਮਾਂਸ ਇਕਾਂਤ ਅਤੇ ਸ਼ਾਂਤੀ ਦਾ ਰੋਮਾਂਸ ਹੈ, ਪਰ ਪ੍ਰੋਫੈਸਰ ਪੂਰਨ ਸਿੰਘ ਦਾ ਰੋਮਾਂਸ ਜੀਵਨ ਵਿੱਚੋਂ ਉਪਜਿਆ ਹੈ। ਉਹਨਾਂ ਦਾ ਜਿਹੜਾ ਰੋਮਾਂਸ ਹੈ ਉਹ ਉਹਨਾਂ ਦੇ ਜੀਵਨ ਦੇ ਵਿੱਚੋਂ ਉਪਜਿਆ ਹੋਇਆ ਹੈ। ਹਾਂਜੀ, ਪ੍ਰੋਫੈਸਰ ਪੂਰਨ ਸਿੰਘ ਬਿਰਤਾਂਤੀ ਅਤੇ ਵਰਣਨਾਤਮਕ ਕਵਿਤਾ ਲਿਖਣ ਵਿੱਚ ਵੀ ਬੜਾ ਕਾਮਯਾਬ ਹੈ। ਉਸ ਦੇ ਪੂਰਨ ਨਾਥ ਜੋਗੀ ਅਤੇ ਜੰਗਲੀ ਫੁੱਲ ਬਿਰਤਾਂਤੀ ਕਾਵਿ ਦੇ ਤੌਰ 'ਤੇ ਅਤੇ ਦਰਿਆ ਕਿਨਾਰੇ ਦਾ ਹਾਲ ਅਤੇ ਰੌਣਕ ਦੀ ਬਾਜ਼ਾਰ ਵਰਣੀ ਕਵਿਤਾ ਦੇ ਤੌਰ 'ਤੇ ਅਤੀ ਸੁੰਦਰ ਨਮੂਨੇ ਹਨ। ਉਸ ਦਾ ਵਰਣਨ ਕਰਨ ਦਾ ਢੰਗ ਬੜਾ ਸ਼ਕਤੀਸ਼ਾਲੀ ਅਤੇ ਸੰਜੀਵ ਹੈ। ਉਸ ਨੇ ਲੂਣਾ ਦੀ ਸੁੰਦਰਤਾ ਨੂੰ ਇਉਂ ਬਿਆਨ ਕੀਤਾ ਹੈ। ਹਾਂਜੀ, ਲੂਣਾ ਦੀ ਸੁੰਦਰਤਾ ਨੂੰ ਬਿਆਨ ਕਰ ਰਿਹਾ ਪ੍ਰੋਫੈਸਰ ਪੂਰਨ ਸਿੰਘ। ਨੈਣਾ ਬੈਣਾ ਅੰਗਾਂ ਦੀ ਚਤਰਤਾ ਸੋਹਣੀ ਵਾਂਗ ਸੱਪ ਸੀ, ਕਹਿਰ ਸੀ ਤਿੱਖੀ ਵਾਂਗ ਤਲਵਾਰ ਸੀ,
ਭਵਾਂ ਝਾੜ ਸੁਰਮਾ ਪਾ, ਅੱਖਾਂ ਵਿੱਚ ਜਦ ਵਹਿੰਦੀ, ਕਮਰ ਪਤਲੀ ਉੱਚੀ ਉਭਰੀ ਭਰੀ ਭਰੀ ਛਾਤੀ, ਉਹ ਵੱਜਦੀ ਸੀ ਦਿਨ ਰਾਤ ਵਾਂਗ ਵਰਸ਼ੀਆਂ। ਇਹਦੇ ਵਿੱਚ ਲੂਣਾ ਦੀ ਜਿਹੜੀ ਸੁੰਦਰਤਾ ਉਸ ਨੂੰ ਬਿਆਨ ਕੀਤਾ ਹੈ। ਪ੍ਰੋਫੈਸਰ ਪੂਰਨ ਸਿੰਘ ਦੀ ਕਵਿਤਾ ਵਿੱਚ ਕਹਿਰਾਂ ਦੀ ਰਵਾਨੀ ਅਤੇ ਸ਼ਕਤੀ ਹੈ। ਸ਼ਬਦ ਢੁਕਵੇਂ ਭਾਵਾਂ ਅਨੁਸਾਰ ਆਪ ਮੁਹਾਰੇ ਤੇ ਇੱਕ ਅਟੁੱਟ ਵੇਗ ਵਿੱਚ ਵਗੇ ਤੁਰੇ ਜਾਂਦੇ ਹਨ। ਕਈ ਥਾਈਂ ਉਸ ਦੇ ਉੱਚੇ ਭਾਵਾਂ ਅਨੁਸਾਰ ਉਸ ਦੀ ਬੋਲੀ ਬਹੁਤ ਸੂਖਮ ਹੈ। ਅੱਖਰਾਂ ਦੇ ਅੱਖਰ ਮੇਰੇ ਨਿੱਕੇ ਨਿੱਕੇ ਹੱਥਾਂ ਵਿੱਚੋਂ ਡਿੱਗ ਡਿੱਗ ਪੈਂਦੇ, ਮੇਰੇ ਨਿੱਕੇ ਨਿੱਕੇ ਹੱਥ ਦਾਤਾਂ ਵੱਡੀਆਂ, ਝਨਾਂ ਦੇ ਝਨਾਂ ਪਏ ਵਗਦੇ, ਮੇਰੇ ਅੱਖਰਾਂ ਦੇ ਦਰਿਆ ਨੱਸਦੇ ਜਾਂਦੇ, ਮੋਤੀਆਂ ਦੇ ਹੜ੍ਹ। ਹਾਂਜੀ, ਇੱਕ ਗੱਲ ਹੋਰ, ਜਿਹੜੇ ਪ੍ਰੋਫੈਸਰ ਪੂਰਨ ਸਿੰਘ ਸੀਗੇ ਉਹ ਜ਼ਿਆਦਾਤਰ ਰਮਜ਼ ਦੇ ਨਾਲ ਗੱਲ ਕਰਦੇ ਸੀ। ਰਮਜ਼ ਤੋਂ ਭਾਵ ਜਿਵੇਂ ਆਪਾਂ ਕਿਸੇ ਦੇ ਵੱਲ ਕੋਈ ਇਸ਼ਾਰਾ ਕਰਦੇ ਹਾਂ ਨਾ, ਜਾਂ ਕੋਈ ਰਮਜ਼ ਮਾਰਦੇ ਆਪਾਂ ਕਹਿੰਦੇ ਹਾਂ ਵੀ ਇਹ ਰਮਜ਼ਾਂ ਦੇ ਨਾਲ ਜ਼ਿਆਦਾ ਜਿਹੜੀ ਗੱਲਬਾਤ ਇਹ ਕਰਦੇ ਸੀਗੇ। ਅਤੇ ਦੂਸਰੀ ਗੱਲ, ਵਿਆਕਰਨਕ ਪੱਖੋਂ ਇਹਨਾਂ ਦੀਆਂ ਰਚਨਾਵਾਂ ਦੇ ਵਿੱਚ ਉਕਾਈਆਂ ਨੇ ਜਿਹੜੀਆਂ ਉਹ ਦੇਖਣ ਨੂੰ ਮਿਲਦੀਆਂ ਨੇ, ਕਿਉਂਕਿ ਇਹ ਆਪਣੀਆਂ ਰਚਨਾਵਾਂ ਨੂੰ, ਜਿਹੜੀਆਂ ਵਾਰਤਕ ਰਚਨਾਵਾਂ ਹੁੰਦੀਆਂ ਸੀ ਉਹਨਾਂ ਨੂੰ ਪੈਰਿਆਂ ਦੇ ਵਿੱਚ ਲਿਖਣ ਦੀ ਬਜਾਏ ਕਈ ਵਾਰ ਪੈਰਾ ਵੀ ਨਹੀਂ ਸਨ ਬਣਾਉਂਦੇ। ਕਾਫੀ ਲੰਮੇ ਲੰਮੇ ਵਾਕ ਇਹਨਾਂ ਦੇ ਜਿਹੜੇ ਆਪਾਂ ਨੂੰ ਦੇਖਣ ਨੂੰ ਮਿਲਦੇ ਨੇ। ਕਈ ਵਾਰ ਵਾਕ 5-5 6-6 ਲਾਈਨਾਂ ਤੱਕ ਵੀ ਚਲਾ ਜਾਂਦਾ ਸੀ, ਕਾਫੀ ਲੰਮਾ ਹੁੰਦਾ ਸੀ, ਜਿਸ ਕਰਕੇ ਇਹਨਾਂ ਦੀ ਰਚਨਾ ਦੇ ਵਿੱਚ ਆਪਾਂ ਨੂੰ ਵਿਆਕਰਨਕ ਇਕਾਈਆਂ ਨੇ ਜਿਹੜੀਆਂ ਉਹ ਦੇਖਣ ਨੂੰ ਮਿਲਦੀਆਂ ਨੇ। ਹਾਂਜੀ, ਨੈਕਸਟ ਹੈਗਾ ਖੁੱਲ੍ਹੇ ਅਸਮਾਨੀ ਰੰਗ। ਕਾਵ ਸੰਗ੍ਰਹਿ ਵਿੱਚ ਬੈਰਾਗ ਦੇ ਡੂੰਘੇ ਭਾਵ ਨਵੇਂ ਰੂਪ ਵਿੱਚ ਉਪਜੇ ਹਨ ਅਤੇ ਕੁਝ ਕਵਿਤਾਵਾਂ ਵਿੱਚ ਵੇਦਾਂਤ ਦਾ ਰੰਗ ਡੂੰਘਾ ਛਾਇਆ ਹੋਇਆ ਹੈ। ਪ੍ਰੋਫੈਸਰ ਪੂਰਨ ਸਿੰਘ ਦੀ ਰਚਨਾ ਦਾ ਵੱਡਾ ਗੁਣ ਉਸ ਦਾ ਦੈਵੀ ਆਵੇਸ਼ ਅਤੇ ਸਹਿਜ ਪ੍ਰਭਾਵ ਹੈ। ਹਾਂਜੀ, ਇਹ ਸੀਗਾ ਪ੍ਰੋਫੈਸਰ ਪੂਰਨ ਸਿੰਘ ਦੇ ਜੀਵਨ ਬਾਰੇ। ਉਮੀਦ ਕਰਦਾ ਤੁਹਾਨੂੰ ਸਾਰਿਆਂ ਨੂੰ ਪਸੰਦ ਆਵੇਗਾ। ਬਾਕੀ ਅਗਲੇ ਲੈਕਚਰ ਦੇ ਵਿੱਚ ਇੱਕ ਹੋਰ ਕਵੀ ਲੈ ਕੇ ਹਾਜ਼ਰ ਹੋਵਾਂਗੇ। ਧੰਨਵਾਦ ਸਾਰਿਆਂ ਦਾ।